ਹਾਂਜੀ ਸਟੂਡੈਂਟਸ, ਅਸੀਂ ਆਪਣੇ ਪਿਛਲੇ ਸੈਸ਼ਨ ਦੇ ਵਿੱਚ ਡਿਟਰਮੀਨਰਸ ਦੀ ਫਰਸਟ ਟਾਈਪ ਜਿਹੜੇ ਆਰਟੀਕਲਸ ਹੁੰਦੇ ਆ ਉਹਨਾਂ ਬਾਰੇ ਪੜ੍ਹਿਆ ਸੀ। ਅੱਜ ਅਸੀਂ ਬਾਕੀ ਡਿਟਰਮੀਨਰਸ ਜਿਹੜੀਆਂ ਕੈਟੇਗਰੀਜ਼ ਹੈ ਉਹਨਾਂ ਬਾਰੇ ਸੰਖੇਪ ਦੇ ਵਿੱਚ ਪੜ੍ਹਾਂਗੇ ਔਰ ਇਸ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਇਸ ਕਰਕੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਜ਼ਰੂਰ ਹੈ। ਠੀਕ ਹੈ, ਆਪਣੀਆਂ ਗ੍ਰਾਮਰ ਬੁੱਕਸ ਵੀ ਨਾਲ ਖੋਲ ਲਓ ਤਾਂ ਕਿ ਤੁਸੀਂ ਨਾਲ ਉੱਥੋਂ ਰੀਡ ਕਰੋ ਔਰ ਮੇਰੀ ਕਹੀ ਹੋਈ ਗੱਲ ਨੂੰ ਸੁਣੋ ਤਾਂ ਕਿ ਤੁਹਾਨੂੰ ਕੰਪਲੀਟਲੀ ਅੰਡਰਸਟੈਂਡਿੰਗ ਹੋ ਜਾਵੇ, ਕਲੈਰਿਟੀ ਹੋ ਜਾਵੇ। ਅਸੀਂ ਪੋਜੈਸਿਵ ਸ਼ਬਦ ਪਹਿਲਾਂ ਵੀ ਪੜ੍ਹਿਆ ਸੀ, ਹੁਣ ਇਹ ਪੋਜੈਸਿਵ ਡਿਟਰਮੀਨਰਸ ਦੇ ਨਾਲ ਪੋਜੈਸਿਵ ਵਰਡ ਲੱਗਿਆ। ਪੋਜੈਸਿਵ ਦਾ ਮਤਲਬ ਮਲਕੀਅਤ, ਜਿਸ ਵਰਡ ਤੋਂ ਕਿਸੇ ਵਸਤੂ ਦੀ ਮਲਕੀਅਤ ਦਾ, ਕਿ ਉਹ ਕਿਸ ਨਾਲ ਸੰਬੰਧ ਰੱਖਦੀ ਹੈ ਵਸਤੂ, ਉਸ ਦਾ ਪਤਾ ਲੱਗੇ, ਉਸ ਨੂੰ ਪੋਜੈਸਿਵ ਬੋਲਦੇ ਆ। ਔਰ ਡਿਟਰਮੀਨਰਸ, ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਕਿ ਡਿਟਰਮੀਨਰਸ ਉਹ ਵਰਡਸ ਹੁੰਦੇ ਆ ਜਿਹੜੇ ਕਿ ਕਿਸੇ ਵਸਤੂ ਨੂੰ, ਕਿਸੇ ਥਿੰਗ ਨੂੰ, ਕਿਸੇ ਪਰਸਨ ਨੂੰ ਡਿਟਰਮਿਨ ਕਰਦੇ ਆ, ਮੀਨਸ ਉਸਨੂੰ ਪੱਕਾ ਕਰਦੇ ਆ। ਪਹਿਲੇ ਚੈਪਟਰ ਦੇ ਵਿੱਚ ਅਸੀਂ ਪਾਰਟਸ ਆਫ ਸਪੀਚ ਪੜ੍ਹੇ ਸੀ, ਉਹਦੇ ਵਿੱਚ ਇੱਕ ਐਡਜੈਕਟਿਵਸ ਆਏ ਸੀ, ਵਿਸ਼ੇਸ਼ਣ ਆਏ ਸੀ, ਉਸ ਦੀਆਂ ਕਿਸਮਾਂ। ਉਹਦੇ ਵਿੱਚ ਇੱਕ ਕੈਟੇਗਰੀ ਸੀ ਪੋਜੈਸਿਵ ਕੈਟੇਗਰੀ, ਪੋਜੈਸਿਵ ਐਡਜੈਕਟਿਵਸ। ਅੱਜ ਅਸੀਂ ਪੜ੍ਹਨਾ ਪੋਜੈਸਿਵ ਡਿਟਰਮੀਨਰਸ। ਬਹੁਤ ਥੋੜਾ ਫਰਕ ਹੈਗਾ ਦੋਨਾਂ ਦੇ ਵਿੱਚ, ਬਹੁਤ ਧਿਆਨ ਨਾਲ ਸੁਣਨਾ। ਕਿ ਚਲੋ ਇਹਨੂੰ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀਆਂ ਐਗਜ਼ਾਮਪਲਸ ਦਿੰਨੀ ਆ ਤਾਂ ਕਿ ਤੁਹਾਨੂੰ ਬਿਲਕੁਲ ਉਹਦੀ ਪਿਕਚਰ ਕਲੀਅਰ ਹੋ ਜਾਵੇ। ਦੇਖੋ ਇਹਨਾਂ ਸੈਂਟੈਂਸਸ ਵੱਲ ਦੇਖੋ। This is my book. This book is mine. ਮੀਨਿੰਗ ਦੋਨਾਂ ਦਾ ਸੇਮ ਹੈ, ਲੇਕਿਨ ਦੋਨਾਂ ਦੀ ਬਣਤਰ, ਦੋਨਾਂ ਦੀ ਫਾਰਮੇਸ਼ਨ ਦੇ ਵਿੱਚ ਫਰਕ ਹੈ। ਫਰਸਟ ਸੈਂਟੈਂਸ ਦੇ ਵਿੱਚ this is my book ਇਹ ਲਿਖਿਆ ਗਿਆ, ਦੂਸਰੇ ਵਿੱਚ ਜਿਹੜਾ my ਦੀ ਫਾਰਮ ਹੈ mine, ਉਹ ਬਾਅਦ ਵਿੱਚ ਆਇਆ। ਅਗਲੇ ਸੈਂਟੈਂਸ ਦੇਖਦੇ ਹਾਂ, is that your cap? ਇਹਨੂੰ ਅਸੀਂ ਦੂਸਰੇ ਤਰੀਕੇ ਨਾਲ ਲਿਖਣਾ, is that cap yours? ਸੋ ਹੁਣ ਜਿਸ ਰਿਜ਼ਲਟ ਤੇ ਅਸੀਂ ਪਹੁੰਚਣਾ ਹੈ ਉਹ ਇਹ ਹੈ ਕਿ ਜਿਹੜੇ ਪੋਜੈਸਿਵ ਪ੍ਰੋਨਾਊਨਸ ਨੇ, ਜਿਨ੍ਹਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ, ਕੈਟੇਗਰੀ ਆਫ ਡਿਟਰਮੀਨਰਸ ਪੋਜੈਸਿਵਸ, ਉਹ ਐਕਚੁਅਲੀ ਪੋਜੈਸਿਵ ਪ੍ਰੋਨਾਊਨਸ ਹੁੰਦੇ ਆ। ਪ੍ਰੋਨਾਊਨਸ ਕੀ ਹੁੰਦੇ ਆ? ਜਿਹੜੇ ਨਾਮ ਦੇ ਥਾਂ ਤੇ ਆਉਂਦੇ ਨੇ ਜਾਂ ਨਾਮ ਦੇ ਨਾਲ ਆ ਕੇ। ਹੁਣ ਦੇਖੋ ਜਿਹੜੇ ਪੋਜੈਸਿਵ ਪ੍ਰੋਨਾਊਨਸ ਨੇ ਉਹਨਾਂ ਦੀ ਬਣਤਰ ਨਾਊਨ ਪਲੱਸ ਪੋਜੈਸਿਵ ਪ੍ਰੋਨਾਊਨਸ। ਨਾਊਨ ਤੋਂ ਬਾਅਦ ਵਿੱਚ ਉਹਦੇ ਪੋਜੈਸਿਵ ਪ੍ਰੋਨਾਊਨ ਆਉਂਦੇ ਆ, ਬਾਅਦ ਵਿੱਚ ਆਉਂਦੇ ਆ। ਜਿਵੇਂ ਕਿ ਸੈਕਿੰਡ ਨੰਬਰ ਵਾਲੇ this book is mine, ਇਹ ਬੁੱਕ ਜਿਹੜਾ ਇਹ ਹੈ ਨਾਊਨ, ਔਰ mine ਜਿਹੜਾ ਹੈ ਇਹ ਹੈ ਪੋਜੈਸਿਵ ਪ੍ਰੋਨਾਊਨ। ਇਸੇ ਤਰ੍ਹਾਂ is that cap, cap noun and possessive pronoun yours, ਇਹ ਹਮੇਸ਼ਾ ਨਾਊਨ ਤੋਂ ਬਾਅਦ ਵਿੱਚ ਲੱਗਦੇ ਆ। ਠੀਕ ਹੈ, this is my book, ਹੁਣ ਇਹ ਬੁੱਕ ਕਿਸ ਦੀ ਹੈ? my। possessive adjectives ਇਹ ਪੋਜੈਸ਼ਨ ਤਾਂ ਦੱਸਦੇ ਆ, ਮਲਕੀਅਤ ਦੱਸਦੇ ਆ ਬੁੱਕ ਦੀ, ਕਿ ਕਿਸ ਦੀ ਬੁੱਕ ਹੈ? ਮੇਰੀ ਹੈ। ਲੇਕਿਨ ਇਹ ਬੁੱਕ ਨਾਊਨ ਤੋਂ ਪਹਿਲਾਂ ਲੱਗਿਆ, ਇਹ ਬਣਦਾ ਹੈ possessive adjectives। ਸੋ ਜੇ possessive adjectives ਤੇ possessive pronouns ਦੇ ਵਿੱਚ ਕੀ ਫਰਕ ਹੁੰਦਾ ਹੈ ਕਿ possessive adjectives ਜਿਹੜੇ ਆ ਉਹ ਨਾਊਨ ਤੋਂ ਪਹਿਲਾਂ ਲੱਗਦੇ ਆ, ਜਿਸ ਤਰ੍ਹਾਂ beautiful flower, pretty dress, ਜਿਹੜੇ adjectives ਨੇ ਉਹ ਨਾਊਨਸ ਤੋਂ ਪਹਿਲਾਂ ਲੱਗਦੇ ਆ, ਔਰ ਜਿਹੜੇ possessive pronouns ਨੇ ਉਹ ਨਾਊਨ ਤੋਂ ਬਾਅਦ ਵਿੱਚ ਲੱਗਦੇ ਆ। this book is mine, ਇਹ mine possessive pronoun ਹੈ, ਬਾਅਦ ਵਿੱਚ ਲੱਗਿਆ। ਹੁਣ ਅਸੀਂ ਆਉਂਦੇ ਹਾਂ ਇਸ ਗੱਲ ਤੇ ਕਿ possessive determiners ਦੀ definition. These determiners are pronouns of possessive case. Pronouns of possessive case. In English, possessive pronouns and adjectives are two different ways to show possession. ਦੋ ਵੱਖਰੇ ਤਰੀਕਿਆਂ ਨਾਲ ਅਸੀਂ ਕਿਸੇ ਵਸਤੂ ਦਾ, ਕਿਸੇ ਥਿੰਗ ਦਾ ਕਿਸ ਦੀ ਮਲਕੀਅਤ ਹੈ ਉਸ ਉੱਪਰ, ਉਸ ਬਾਰੇ ਗੱਲ ਕਰ ਸਕਦੇ ਹਾਂ। Possessive adjectives go before noun and possessive pronouns go after nouns. So ਇਹ ਅਸੀਂ ਹੁਣ ਇਹ ਗੱਲ ਕਲੀਅਰ ਕਰ ਲਈ ਐਗਜ਼ਾਮਪਲਸ ਤੋਂ। ਸੋ ਸਟਰਕਚਰ ਆਫ ਪੋਜੈਸਿਵ ਪ੍ਰੋਨਾਊਨ ਜਿਹੜਾ ਉਹ ਬਣਦਾ ਨਾਊਨ ਪਲੱਸ ਪੋਜੈਸਿਵ ਪ੍ਰੋਨਾਊਨ। ਹੋਰ ਐਗਜ਼ਾਮਪਲਸ ਲੈਣੇ ਆ। this car is mine, ਇੱਥੇ mine ਕੀ ਹੋ ਗਿਆ ਫਿਰ ਬੱਚਿਓ? ਪੋਜੈਸਿਵ ਪ੍ਰੋਨਾਊਨ। this dog is theirs, ਇੱਥੇ theirs ਕੀ ਹੋਇਆ? ਪੋਜੈਸਿਵ ਪ੍ਰੋਨਾਊਨ। the house is ours, ours ਕੀ ਹੈ ਇੱਥੇ? ਪੋਜੈਸਿਵ ਪ੍ਰੋਨਾਊਨ। ਠੀਕ ਹੈ, the structure of possessive adjective। ਹੁਣ ਅਸੀਂ ਇਹ ਤਾਂ ਦੇਖਿਆ ਸਟਰਕਚਰ
ਪੋਜੈਸਿਵ ਪ੍ਰੋਨਾਊਨ ਦਾ, ਜਿਹੜਾ ਕਿ ਨਾਊਨ ਤੋਂ ਬਾਅਦ ਵਿੱਚ ਲੱਗਦਾ ਹੈ। ਹੁਣ ਇਹਦਾ ਜੇ ਅਸੀਂ ਡਿਫਰੈਂਸ ਦੇਖਣਾ ਹੋਵੇ ਕਿ ਪੋਜੈਸਿਵ ਐਡਜੈਕਟਿਵਸ ਤੇ ਪੋਜੈਸਿਵ ਪ੍ਰੋਨਾਊਨ ਦੇ ਵਿੱਚ ਫਰਕ ਕੀ ਹੈ, ਉਹ ਪਹਿਲਾਂ ਵੀ ਉੱਪਰ ਗੱਲ ਕੀਤੀ ਹੈ ਕਿ ਪੋਜੈਸਿਵ ਐਡਜੈਕਟਿਵ ਦੇ ਵਿੱਚ ਐਡਜੈਕਟਿਵ ਜਿਹੜਾ ਲੱਗਦਾ ਉਹ ਨਾਊਨ ਤੋਂ ਪਹਿਲਾਂ ਲੱਗਦਾ ਹੈ, ਤੇ ਪੋਜੈਸਿਵ ਪ੍ਰੋਨਾਊਨ ਜਿਹੜਾ ਉਹ ਨਾਊਨ ਤੋਂ ਬਾਅਦ ਚ ਲੱਗਦਾ। ਇਹੀ ਮੇਨ ਡਿਫਰੈਂਸ ਹੈ। Your pen is beautiful. Their mother is a teacher. His dog is cute. ਹੁਣ ਇਹਦੇ ਵਿੱਚ ਤੁਸੀਂ ਦੇਖੋ ਪਹਿਚਾਣ ਆਉਂਦੀ ਹੈ ਤੁਹਾਨੂੰ ਕਿ ਪੋਜੈਸਿਵ ਐਡਜੈਕਟਿਵਸ ਕਿਹੜੇ ਹੋਣਗੇ, ਜਿਹੜੇ ਨਾਊਨ ਤੋਂ ਪਹਿਲਾਂ ਲੱਗੇ ਆ। ਇਹ ਨਹੀਂ ਕਹਿਣਾ ਕਿ ਬਿਊਟੀਫੁਲ ਜਿਹੜਾ ਉਹ ਐਡਜੈਕਟਿਵ ਹੈਗਾ, ਐਡਜੈਕਟਿਵ ਹੈ, ਲੇਕਿਨ ਅਸੀਂ ਗੱਲ ਕਰ ਰਹੇ ਹਾਂ ਪੋਜੈਸਿਵ ਐਡਜੈਕਟਿਵਸ ਦੀ। ਪੈਨ ਦੀ, ਪੈਨ ਕਿਹਦਾ ਹੈ, ਕਿਸ ਦੀ ਮਲਕੀਅਤ ਹੈ, ਅਸੀਂ ਮਲਕੀਅਤ ਦੀ ਗੱਲ ਕਰ ਰਹੇ ਹਾਂ, ਕਿਸ ਦੀ ਮਾਲਕੀ ਹੈ ਪੈਨ ਤੇ, ਕਿਸ ਦੀ ਮਾਲਕੀ ਹੈ, ਯੂਅਰ, ਉਹ ਪਹਿਲਾਂ ਲੱਗਿਆ ਨਾਊਨ ਤੋਂ, ਇਸ ਕਰਕੇ ਇਹ ਪੋਜੈਸਿਵ ਐਡਜੈਕਟਿਵ ਹੈ। देयर मदर, किस दी मदर, देयर मदर। हिज डॉग, किस दा डॉग, हिज। नेक्स्ट टॉपिक इज demonstratives और demonstrative determiners। demonstrate करना, पक्का करके दसना। For example, this, that, these, those are words that are demonstrative determiners। ये ਜਿਹੜੇ words ਨੇ ਚਾਰ, ਇਹ ਕਿਸੇ ਚੀਜ਼ ਬਾਰੇ ਇਸ਼ਾਰਾ ਕਰਕੇ ਪੁਆਇੰਟ ਕਰਕੇ ਉਸ ਚੀਜ਼ ਬਾਰੇ ਡਿਟਰਮਿਨ ਕਰਦੇ ਆ, ਦੱਸਦੇ ਆ। ਸੋ ਇਹਨਾਂ ਦੀ ਵਰਤੋਂ ਜਿਹੜੀ ਹੈ ਇਹ ਬਿਫੋਰ ਦ ਨਾਊਨ ਹੁੰਦੀ ਹੈ, ਨਾਊਨ ਤੋਂ ਪਹਿਲਾਂ ਲੱਗਦੀ ਹੈ। ਫੋਰ ਐਗਜ਼ਾਮਪਲ, ਆਈ ਲਾਈਕ ਦਿਸ ਫਿਲਮ, ਆਈ ਲਾਈਕ ਦਿਸ ਫਿਲਮ, ਇਹਦੇ ਵਿੱਚ ਪਹਿਲਾਂ ਤਾਂ ਤੁਸੀਂ ਦੱਸੋ ਵੀ ਨਾਊਨ ਕਿਹੜਾ, ਫਿਲਮ, ਫਿਲਮ ਨਾਊਨ ਹੈ। ਨਾਊਨ ਤੋਂ ਪਹਿਲਾਂ ਦਿਸ ਜਿਹੜਾ ਲੱਗਿਆ ਉਹ ਡਿਟਰਮਿਨ ਕਰ ਰਿਹਾ ਕਿ ਕਿਹੜੀ ਫਿਲਮ, ਉਹ ਫਿਲਮ ਬਾਰੇ ਪੂਰੀ ਜਾਣਕਾਰੀ ਪੱਕੀ ਤੌਰ ਤੇ ਦੱਸ ਰਿਹਾ ਹੈ ਕਿ ਦਿਸ ਫਿਲਮ। ਸੋ ਇਹ ਜਿਹੜਾ ਦਿਸ ਹੈ ਇਹ ਹੈ ਡਿਮੋਨਸਟ੍ਰੇਟਿਵ ਡਿਟਰਮਿਨਰ। ਇੱਕ ਤਾਂ ਡਿਟਰਮਿਨ ਕਰਦਾ ਹੈ, ਡਿਮੋਨਸਟ੍ਰੇਟ ਕਰਕੇ ਦੱਸਦਾ ਹੈ, ਰਾਈਟ। ਸੋ ਦਿਸ ਮੋਡੀਫਾਈਜ਼ ਦ ਨਾਊਨ ਫਿਲਮ। ਦਿਸ ਟੈਲਸ ਅਸ ਦ ਫਿਲਮ ਇਜ਼ ਕਲੋਜ਼ ਟੂ ਦ ਸਪੀਕਰ, ਨੇੜੇ ਹੈ। ਨੇੜੇ ਵਾਲੀਆਂ ਚੀਜ਼ਾਂ ਵਾਸਤੇ ਦਿਸ ਲੱਗਦਾ ਹੈ ਤੇ ਦੂਰ ਵਾਲੀਆਂ ਵਾਸਤੇ ਦੈਟ ਲੱਗਦਾ ਹੈ, ਠੀਕ ਹੈ। ਇਹ ਜਿਹੜੇ ਤਿੰਨੋਂ ਚਾਰੋਂ ਡਿਟਰਮਿਨਰਸ ਨੇ ਡਿਮੋਨਸਟ੍ਰੇਟਿਵ, ਇਹਨਾਂ ਦੇ ਵਿੱਚ ਜਿਹੜੇ ਨੇੜੇ ਪਈ ਵਸਤੂ ਵਾਸਤੇ ਯੂਜ਼ ਹੁੰਦੇ ਆ ਉਹ ਹੈ ਦਿਸ ਤੇ these, ਦੂਰ ਵਾਲਿਆਂ ਵਾਸਤੇ that ਤੇ those। ਦਿਸ ਇੱਕ ਵਚਨ ਲਈ ਤੇ ਬਹੁਵਚਨ ਲਈ these, ਨੇੜੇ ਵਾਲਾ, ਤੇ ਇੱਕ ਵਚਨ ਦੂਰ ਵਾਲੀ ਚੀਜ਼ ਲਈ that ਤੇ ਬਹੁਵਚਨ ਦੂਰ ਵਾਲੀਆਂ ਚੀਜ਼ਾਂ ਲਈ those, ਠੀਕ ਹੈ। If one is talking about something close to one, ਜਿਹੜਾ ਆਪਣੀ ਨੇੜੇ ਪਈ ਚੀਜ਼ ਵਸਤੂ ਲਈ ਕੋਈ ਗੱਲ ਕਰ ਰਿਹਾ ਤਾਂ ਉਹ ਉਹਦੇ ਵਾਸਤੇ this ਜਾਂ these ਵਰਤੇਗਾ। ਇੱਕ ਵਾਸਤੇ this ਤੇ ਬਹੁਤਿਆਂ ਵਾਸਤੇ these। This is my book, are these shoes yours? ਸੋ ਇਸੇ ਤਰ੍ਹਾਂ ਜੇ ਕੋਈ ਗੱਲ ਕਰਦਾ ਹੈ ਦੂਰ ਪਈਆਂ ਵਸਤੂਆਂ ਲਈ ਤੇ that ਤੇ those ਦੀ ਵਰਤੋਂ ਹੁੰਦੀ। ਡਿਸਟੈਂਸ ਦੀ ਗੱਲ ਤਾਂ ਹੋ ਗਈ ਕਿ ਨੇੜੇ ਜਾਂ ਦੂਰ ਦੀ ਗੱਲ ਕਰਕੇ ਅਸੀਂ this ਤੇ that ਵਿੱਚੋਂ ਕੁਝ ਲਗਾਉਂਦੇ ਹਾਂ, ਲੇਕਿਨ ਇਹਨਾਂ ਦੀ ਵਰਤੋਂ ਅਸੀਂ ਕਈ ਵਾਰ ਡਿਸਟੈਂਸ ਇਨ ਟਾਈਮ, ਟਾਈਮ ਦੇ ਹਿਸਾਬ ਦੇ ਨਾਲ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਵੀ ਲਾਈਕ ਦਿਸ ਮੂਵੀ, ਇਹਦਾ ਕੀ ਮਤਲਬ ਨਿਕਲਦਾ ਹੈ ਕਿ ਵੀ ਆਰ ਵਾਚਿੰਗ ਦ ਫਿਲਮ ਨਾਓ, ਕਿ ਅਸੀਂ ਜਿਹੜੀ ਫਿਲਮ ਹੁਣ ਦੇਖ ਰਹੇ ਹਾਂ ਉਹ ਉਸਨੂੰ ਅਸੀਂ ਪਸੰਦ ਕਰਦੇ ਹਾਂ। ਵੀ ਲਾਈਕ ਦਿਸ ਮੂਵੀ ਜਿਹੜੀ ਅਸੀਂ ਪ੍ਰੈਜ਼ੈਂਟਲੀ ਦੇਖ ਰਹੇ ਹਾਂ। ਤੇ ਜੇ ਕਿਹਾ ਜਾਵੇ ਕਿ ਆਈ ਲਾਈਕਡ ਦੈਟ ਮੂਵੀ, ਤਾਂ ਉਹਦਾ ਮਤਲਬ ਨਿਕਲਦਾ ਹੈ ਕਿ ਉਹ ਫਿਲਮ ਜਿਹੜੀ ਮੈਂ ਪਿਛਲੇ ਹਫਤੇ ਜਾਂ ਪਿਛਲੇ ਮਹੀਨੇ ਦੇਖੀ ਸੀ, ਦੈਟ ਮੂਵੀ, ਉਹ ਮੈਨੂੰ ਵਧੀਆ ਲੱਗੀ। ਸੋ ਇਹ ਟਾਈਮ ਨਾਲ ਵੀ ਥੋੜਾ ਜਿਹਾ ਇਹਦਾ ਰਿਲੇਸ਼ਨ ਦੱਸਿਆ ਜਾ ਸਕਦਾ ਹੈ। ਨਿਊਮੈਰੀਕਲ ਡਿਟਰਮਿਨਰਸ, ਨਿਊਮੈਰੀਕਲ ਦਾ ਮਤਲਬ ਨੰਬਰਸ, ਜਿਹੜੇ ਡਿਟਰਮਿਨਰਸ ਦਾ ਸੰਬੰਧ ਨੰਬਰਸ ਨਾਲ ਹੋਵੇਗਾ ਉਹ ਨਿਊਮੈਰੀਕਲਸ ਹੋਣਗੇ। ਨਿਊਮੈਰੀਕਲਸ ਜਿਹੜੇ ਨਾਊਨ ਤੋਂ ਪਹਿਲਾਂ ਲੱਗਦੇ ਆ, ਠੀਕ ਹੈ। ਦੇ ਆਰ ਆਫ 3 types, definite numerals, indefinite numerals, distributive numerals। definite numerals ਜਿਸ ਤਰ੍ਹਾਂ 1 2 3 4 5 6 ਇਹ definite numerals ਹੈ, ਠੀਕ ਹੈ। I have 2 pens, I have 5 books ਵਗੈਰਾ, ਇਹ definite ਹੈ। ਇਹਦੇ ਨਾਲ ਪੱਕਾ ਪਤਾ ਲੱਗਦਾ ਕਿ ਇੰਨੀ ਗਿਣਤੀ ਹੈ। ਸੋ ਇਹਨਾਂ ਦੇ ਵਿੱਚ ਵੀ ਅੱਗੋਂ 2 ਕਿਸਮਾਂ ਨੇ definite numerals ਦੀਆਂ, cardinals and ordinals। ਪਹਿਲੇ ਚੈਪਟਰਸ ਵਿੱਚ ਕੀਤਾ ਸੀਗਾ cardinals ਤੇ ordinals। cardinal numbers ਹੋ ਗਏ 1 2 3 4 5 6 ਤੇ ordinals ਇਹਨਾਂ ਦੀ ਪੋਜੀਸ਼ਨ ਦੱਸ ਰਹੇ ਹੈ, ਰੈਂਕ ਦੱਸਦਾ ਹੈ। ਹੁੰਦਾ ਵੀ ਨੰਬਰਸ ਨਾਲ ਸੰਬੰਧਿਤ ਹੈ ਲੇਕਿਨ ਉਹ ਕਿਸੇ ਦਾ ਰੈਂਕ ਦੱਸਦੇ ਆ, ਜਿਵੇਂ ਫਰਸਟ, ਸੈਕਿੰਡ, ਥਰਡ, ਫਰਸਟ ਪ੍ਰਾਈਜ਼, ਸੈਕਿੰਡ ਓਪਰਚੁਨਿਟੀ, ਥਰਡ ਪਲੇਸ, ਰੈਂਕ ਦੱਸ ਰਿਹਾ। These are called general ordinals. They include last, later, next, previous and subsequent. These words also function as determiners.
ਉਸ ਤੋਂ ਅੱਗੇ ਦੂਸਰਾ ਇਹਦਾ ਪਾਰਟ ਹੈ ਇਨਡੈਫੀਨਿਟ ਨਿਊਮਰਲਸ। ਉਹ ਤਾਂ ਹੋ ਗਏ ਡੈਫੀਨਿਟ ਨਿਊਮਰਲਸ 1 2 3 ਐਂਡ ਫਰਸਟ ਸੈਕਿੰਡ ਥਰਡ ਵਗੈਰਾ, ਇਹ ਡੈਫੀਨਿਟ ਦੇ ਵਿੱਚ ਆਉਂਦੇ ਆ, ਆਰਡੀਨਲਸ ਐਂਡ ਕਾਰਡੀਨਲਸ। ਤੇ ਹੁਣ ਆ ਗਏ ਇਨਡੈਫੀਨਿਟ ਨਿਊਮਰਲਸ। ਦੇ ਟੈਲ ਅਸ ਅਬਾਊਟ ਇਨਡੈਫੀਨਿਟ ਨੰਬਰਸ, ਜਿਹੜੇ ਕਿ ਡੈਫੀਨਿਟ ਪੱਕੀ ਗਿਣਤੀ ਨਾ ਦੱਸਣ। ਵੀ ਯੂਜ਼ them for indefinite numbers। ਜਿਵੇਂ ਅਸੀਂ ਕੋਈ ਅੰਦਾਜ਼ਾ ਕਿਸੇ ਚੀਜ਼ ਦਾ ਦੱਸ ਦਿੰਦੇ ਹਾਂ ਕਿ ਕੁਝ ਕੁ, ਥੋੜੇ ਜਿਹੇ, ਜਾਂ ਫਿਰ ਬਹੁਤ ਸਾਰੇ, ਹਨਾ, ਕਾਫੀ। ਇਹ ਜਿਹੜੇ ਵਰਡਸ ਨੇ ਇਹ ਇੰਗਲਿਸ਼ ਦੇ ਵਿੱਚ ਅਸੀਂ ਇਸ ਤਰ੍ਹਾਂ ਯੂਜ਼ ਕਰਦੇ ਹਾਂ, few, a few, the few, all, several, some, etc। ਹੁਣ ਇਹਨਾਂ ਦੀ ਵਰਤੋਂ ਬੇਟੇ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ, ਸਮਝਣਾ ਇਹਨੂੰ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਛੋਟੇ ਜਿਹੇ ਏ ਦਾ ਜੇ ਲੱਗੇ ਨਾ ਲੱਗੇ ਇਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ। ਜੇ ਏ ਦੀ ਥਾਂ ਤੇ ਦ ਲੱਗ ਗਿਆ ਤਾਂ ਵੀ ਉਹਦੇ ਮੀਨਿੰਗ 'ਚ ਫਰਕ ਪੈ ਜਾਣਾ। ਸੋ ਧਿਆਨ ਨਾਲ ਸਮਝਣਾ। ਕੱਲਾ ਜੇ ਫਿਊ ਆ ਤਾਂ ਉਹਦਾ ਮਤਲਬ ਹੁੰਦਾ ਆਲਮੋਸਟ ਨਨ, ਨਾ ਦੇ ਬਰਾਬਰ, ਠੀਕ ਹੈ। ਅ ਫਿਊ ਜਿੱਥੇ ਲੱਗਿਆ ਉਹਦਾ ਮਤਲਬ ਹੁੰਦਾ ਥੋੜੇ ਜਿਹੇ, ਸਮਾਲ ਨੰਬਰ। ਦ ਫਿਊ ਜਿੱਥੇ ਲੱਗ ਗਿਆ ਉਹਦਾ ਮਤਲਬ ਹੈ ਕਿ ਜਿੰਨੇ ਵੀ ਹੈ ਉਹ ਸਾਰੇ ਦੇ ਸਾਰੇ, whatever small number, ਜਿੰਨਾ ਵੀ ਹੈ ਥੋੜੇ ਬਹੁਤ ਉਹ ਸਾਰੇ। ਉਸ ਤੋਂ ਅੱਗੇ all ਦਾ ਮਤਲਬ ਸਾਰੇ। several ਦਾ ਮਤਲਬ more than two but not very many। several ਦਾ ਮਤਲਬ ਕਿ ਦੋ ਤੋਂ ਜ਼ਿਆਦਾ ਨੇ ਲੇਕਿਨ ਬਹੁਤ ਜ਼ਿਆਦਾ ਨਹੀਂ ਹੈ several। some ਦਾ ਮਤਲਬ ਥੋੜੇ, ਗਿਣਤੀ ਦੇ ਵਿੱਚ ਥੋੜੇ। both ਦਾ ਮਤਲਬ ਦੋਨੇ। next category of numerals is distributive numerals। we use them for telling about each and everything of that category। each, every, either or neither। ਜਿਵੇਂ ਅਸੀਂ ਫॉर एग्जांपल ਸੈਂਟੈਂਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਨੂੰ, each participant was given a certificate। ਹਰ ਇੱਕ ਭਾਗ ਲੈਣ ਵਾਲੇ ਵਿਅਕਤੀ ਨੂੰ ਸਰਟੀਫਿਕੇਟਸ ਮਿਲੇ। each subject carries equal weightage। ਹਰ ਸਬਜੈਕਟ ਦੀ equal weightage ਹੈ, ਇੰਪੋਰਟੈਂਸ ਹੈ, ਨੰਬਰ ਹਨ। each child got a gift। ਹਰ ਬੱਚੇ ਨੂੰ ਤੋਹਫਾ ਮਿਲਿਆ। ਨੈਕਸਟ ਹੈ every। it is used to tell about members exceeding two or the whole। every ਦਾ ਮਤਲਬ ਦੋ ਜਾਂ ਦੋ ਤੋਂ ਵੱਧ ਜਾਂ ਸਾਰੇ। every person wants money। every man has some good qualities। ਹਰ ਇੱਕ ਵਿਅਕਤੀ ਨੂੰ ਪੈਸੇ ਚਾਹੀਦੇ ਹਨ, ਧਨ ਚਾਹੀਦਾ ਹੈ। ਦੂਸਰੇ ਦਾ ਮਤਲਬ every man has got some good qualities। ਆਦਮੀ ਦੇ ਵਿੱਚ ਚੰਗੇ ਗੁਣ ਹਨ, ਠੀਕ ਹੈ। ਇਹਦਾ ਮਤਲਬ ਹਰ ਇੱਕ। either ਦਾ ਮਤਲਬ used to convey choice as one of the two। you can pick either book। ਜਾਂ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਕੋਈ ਵੀ ਬੁੱਕ ਚੂਜ਼ ਕਰ ਸਕਦੇ ਹੋ, ਪਿਕ ਕਰ ਸਕਦੇ ਹੋ, ਚੋਇਸ ਦਿੱਤੀ ਜਾਂਦੀ ਹੈ, ਠੀਕ ਹੈ। ਨੀਦਰ ਦਾ ਮਤਲਬ ਇਹ ਨੈਗੇਟਿਵ ਫਾਰਮ ਆਫ ਈਦਰ ਹੁੰਦੀ ਹੈ ਕਿ ਨੀਦਰ ਆਫ ਦ ਬॉयਜ਼ ਇੰਪ੍ਰੈਸਡ ਮੀ। ਅਗਲੀ ਜਿਹੜੀ ਦੀ ਕੈਟੇਗਰੀ ਹੈ ਡਿਟਰਮੀਨਰਸ ਦੀ ਉਹ ਹੈ ਕੁਆਂਟੀਟੇਟਿਵ ਡਿਟਰਮੀਨਰਸ। ਸੋ ਨਾਮ ਸੁਜੈਸਟ ਕਰ ਰਿਹਾ ਕਿ ਕੁਆਂਟੀਟੀ ਬਾਰੇ ਗੱਲ ਹੋਏਗੀ, ਹੁਣ ਨੰਬਰਸ ਬਾਰੇ ਗੱਲ ਨਹੀਂ ਹੋਏਗੀ। ਜਿਹੜੇ ਡਿਟਰਮੀਨਰਸ ਨੰਬਰਸ ਬਾਰੇ ਗੱਲ ਕਰਦੇ ਸੀ ਉਹ ਅਸੀਂ ਹੁਣੇ ਕੀਤੇ ਆ, ਉਹਨਾਂ ਨੂੰ ਕਹਿੰਦੇ ਨੇ ਨਿਊਮਰਲਸ ਜਾਂ ਨੂਮੈਰੀਕਲ ਡਿਟਰਮੀਨਰਸ। ਤੇ ਇਹ ਜਿਹੜੇ ਹੁਣ ਕੁਆਂਟੀਟੀ ਮਾਤਰਾ ਬਾਰੇ ਦੱਸਣਗੇ ਉਹ ਹੈ ਕੁਆਂਟੀਟੇਟਿਵ ਡਿਟਰਮੀਨਰਸ। ਦੇ ਆਰ ਯੂਜ਼ਡ ਟੂ ਕਨਵੇ ਹਾਊ ਮਚ, ਕੋਈ ਵਸਤੂ ਕਿੰਨੀ ਕੁ ਹੈ ਉਹਨੂੰ ਦੱਸਣ ਵਾਸਤੇ ਕੁਆਂਟੀਟੇਟਿਵ ਡਿਟਰਮੀਨਰਸ ਯੂਜ਼ ਹੁੰਦੇ ਆ। ਜਿਸ ਤਰ੍ਹਾਂ ਫਿਊ, ਅ ਫਿਊ, ਦ ਫਿਊ ਨੰਬਰਸ ਵਾਸਤੇ ਯੂਜ਼ ਹੁੰਦੇ ਸੀ, ਹੁਣ ਇੱਥੇ ਲਿਟਲ, ਲਿਟਲ, ਦ ਲਿਟਲ ਜਿਹੜੇ ਹੈ ਉਹ ਮਾਤਰਾ ਵਾਸਤੇ ਉਸੇ ਤਰੀਕੇ ਦੇ ਨਾਲ ਯੂਜ਼ ਹੋਣਗੇ। ਲਿਟਲ ਦਾ ਮਤਲਬ ਬਿਲਕੁਲ ਨੈਗਲੀਜੀਬਲ ਮਾਤਰਾ, ਨਾ ਮਾਤਰ ਜਿਹੜੀ ਕੁਆਂਟੀਟੀ ਹੈ, ਮਾਤਰਾ ਹੈ। ਅ ਲਿਟਲ ਦਾ ਮਤਲਬ ਬਿਲਕੁਲ ਥੋੜੀ, ਸਮਾਲ ਕੁਆਂਟੀਟੀ ਹੈ। ਦ ਲਿਟਲ ਦਾ ਮਤਲਬ ਜਿੰਨੀ ਵੀ ਹੈ ਕੋਈ ਚੀਜ਼ ਉਨੀ ਸਾਰੀ ਦੀ ਸਾਰੀ, all of the small quantity that is there। he gambled the little money he had। ਐਗਜ਼ਾਮਪਲ ਇਹਦੀ ਦੇ ਰਹੇ ਹਾਂ ਕਿ ਜਿੰਨੇ ਵੀ ਉਹਦੇ ਕੋਲ ਥੋੜੇ ਜਿਹੇ ਪੈਸੇ ਸੀ, ਧਨ ਸੀ, ਉਹ ਉਹਨੇ ਜੂਏ ਵਿੱਚ ਗਵਾ ਦਿੱਤਾ, ਸਾਰੇ ਦਾ ਸਾਰਾ। ਦ ਲਿਟਲ, ਰਾਈਟ। ਉਸ ਤੋਂ ਅੱਗੇ ਕੁਆਂਟੀਟੇਟਿਵ ਡਿਟਰਮੀਨਰਸ ਹੈ ਸਮ ਔਰ ਐਨੀ। Sum is used with uncountable singular noun or with the countable plural nouns and to convey a small quantity। ਮਤਲਬ ਕਿ ਜਿਹੜਾ ਇੱਕ ਵਚਨ ਨਾਉਨ ਹੈ ਉਹ ਗਿਣਿਆ ਜਾ ਸਕਣ ਵਾਲਾ ਇੱਕ ਵਚਨ ਨਾਉਨ, ਜਾਂ ਫਿਰ ਬਹੁਵਚਨ ਨਾਉਨ ਨੇ, ਪਲੂਰਲ ਨਾਉਨਸ ਨੇ ਜਿਹੜੇ ਗਿਣੇ ਜਾ ਸਕਦੇ ਆ, ਤਾਂ ਉਹਨਾਂ ਦੀ ਸਮਾਲ ਮਾਤਰਾ ਨੂੰ ਦੱਸਣਾ ਹੋਵੇ, ਥੋੜੀ ਜਿਹੀ ਮਾਤਰਾ ਨੂੰ ਦੱਸਣਾ ਹੋਵੇ, ਤੇ ਇਹ ਆਮ ਕਰਕੇ ਹਾਂ-ਵਾਚਕ ਸੈਂਟੈਂਸਸ ਦੇ ਵਿੱਚ ਵਰਤਿਆ ਜਾਂਦਾ, ਅਫਰਮੇਟਿਵ ਸੈਂਟੈਂਸਸ ਦੇ ਵਿੱਚ। ਦੇयर इज सम वाटर इन द जग, ਕਿ ਜੱਗ ਵਿੱਚ ਥੋੜਾ ਜਿਹਾ ਪਾਣੀ ਹੈ। give me some milk।
ਸੋ ਇਹ ਜਿਹੜੇ ਨਾ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਦੀ ਮਾਤਰਾ ਥੋੜੀ ਮਾਤਰਾ ਨੂੰ ਦੱਸਣ ਲਈ ਸਮ ਯੂਜ਼ ਹੁੰਦਾ ਹੈ। देयर आर सम ग्रेट प्लेयर्स इन द इंडियन टीम। ਹੁਣ ਇਹ ਗਿਣੇ ਜਾ ਸਕਣ ਵਾਲੇ ਪਲੂਰਲਸ ਨੇ, ਉਹਨਾਂ ਦੇ ਨਾਲ ਇਹ ਸਮ ਲੱਗਿਆ ਕਿ there are some great players in the Indian team. Any is used for small quantity and in negative sense and or interrogative sentences. Any is used for a small quantity in a negative or interrogative sentences. ਨੈਗੇਟਿਵ ਨਾਵਾਚਕ ਵਾਕਾਂ ਵਿੱਚ ਜਾਂ ਫਿਰ ਪ੍ਰਸ਼ਨਵਾਚਕ ਵਾਕਾਂ ਵਿੱਚ any ਦੀ ਵਰਤੋਂ ਹੁੰਦੀ ਹੈ। It is used with words negative in meaning like hardly, without, little, few, only, seldom, difficulty, to fail, to prevent, to avoid. So ਇਹ ਜਿਹੜੇ ਨੈਗੇਟਿਵ ਮੀਨਿੰਗ ਕੱਢਣ ਵਾਲੇ ਵਰਡਸ ਨੇ ਇਹਨਾਂ ਦੇ ਨਾਲ any ਲੱਗਦਾ। There are not any good books in this bookshop। ਇਹ ਨੈਗੇਟਿਵ ਸੈਂਸ ਹੋ ਗਈ ਕਿ ਇਸ ਕਿਤਾਬਾਂ ਦੀ ਦੁਕਾਨ ਦੇ ਵਿੱਚ ਕੋਈ ਵੀ ਚੰਗੀ ਕਿਤਾਬ ਨਹੀਂ ਹੈ। ਹੁਣ ਜੇ any ਨੂੰ ਇੰਟੈਰੋਗੇਟਿਵ ਦੇ ਵਿੱਚ ਯੂਜ਼ ਕਰਨਾ ਤਾਂ ਕਿਵੇਂ? Is there any doubt in your mind? ਕੀ ਤੁਹਾਨੂੰ ਤੁਹਾਡੇ ਮਨ ਵਿੱਚ ਕੋਈ ਡਾਊਟ ਹੈ, ਸ਼ੱਕ ਹੈ? Any doubt? There is hardly any person who dislikes him। ਹਾਰਡਲੀ ਦਾ ਮਤਲਬ ਇੱਥੇ ਨੈਗੇਟਿਵ ਨਿਕਲਦਾ ਹੈ ਕਿ ਕੋਈ ਵੀ ਇਹੋ ਜਿਹਾ ਇਨਸਾਨ ਪਰਸਨ ਨਹੀਂ ਹੈ ਜਿਹੜਾ ਕਿ ਉਸਨੂੰ ਨਾ ਪਸੰਦ ਕਰਦਾ ਹੋਵੇ। ਮਤਲਬ ਇੱਥੇ ਇਹਦਾ ਸੈਂਸ ਜਿਹੜੀ ਹੈ ਉਹ ਨੈਗੇਟਿਵ ਨਿਕਲ ਰਹੀ ਹੈ ਕਿ ਕੋਈ ਵੀ ਪਰਸਨ ਇਹੋ ਜਿਹਾ ਨਹੀਂ ਹੈ। ਸੋ ਇੱਕ ਅਗਲਾ ਜਿਹੜਾ ਕੁਆਂਟੀਟੇਟਿਵ ਡਿਟਰਮੀਨਰ ਹੈ ਨੋ। ਨੋ ਤੁਸੀਂ ਸਾਰੇ ਜਾਣਦੇ ਹੋ, ਇਟ ਇਜ਼ ਯੂਜ਼ਡ ਫॉर ਨੈਗੇਟਿਵ ਐਕਸਪ੍ਰੈਸ਼ਨਸ ਵਿਦ ਸਿੰਗੂਲਰ ਔਰ ਪਲੂਰਲ ਨਾउन्स ਮੀਨਿੰਗ ਨਾਟ ਐਨੀ ਔਰ ਨਥਿੰਗ ਆਫ ਅ। ਠੀਕ ਹੈ, ਸੋ ਇਹਦਾ ਸਿੱਧਾ ਸਿੱਧਾ ਮੀਨਿੰਗ ਹੈ ਕਿ ਨਥਿੰਗ। No, I have no enemies. There is no scope of laxity in this case। ठीक है, अगला डिटर्मिनर ਜਿਹੜਾ quantitative ਹੈ ਉਹ enough। enough ਦਾ ਮਤਲਬ ਹੁੰਦਾ ਹੈ necessary quantity, ਜਿੰਨੀ ਕਿ ਜ਼ਰੂਰਤ ਹੈ, ਜਿੰਨੀ ਮਾਤਰਾ ਦੀ ਜ਼ਰੂਰਤ ਹੈ। ਇਹ singular uncountable nouns ਤੋਂ ਪਹਿਲਾਂ ਜਾਂ ਫਿਰ plural countable nouns ਤੋਂ ਬਾਅਦ ਪਹਿਲਾਂ ਲੱਗਦਾ ਹੈ। ਫॉर एग्जाम्पल देयर इज इनफ टाइम। ਇਹ ਜਿਹੜਾ ਸਮਾਂ ਹੈ ਉਹ ਘੰਟੇ ਦਾ ਕਾਊਂਟ ਹੋ ਸਕਦੇ ਆ, ਮਿੰਟ ਕਾਊਂਟ ਹੋ ਸਕਦੇ, ਸੈਕਿੰਡਸ ਕਾਊਂਟ ਹੋ ਸਕਦੇ ਆ, ਲੇਕਿਨ ਟਾਈਮ ਜਿਹੜਾ that is uncountable। ਸੋ ਇਹਦੇ ਨਾਲ uncountable ਦੇ ਨਾਲ enough। enough time ਮਤਲਬ ਕਾਫੀ ਟਾਈਮ ਹੈ, necessary time ਜਿੰਨਾ ਚਾਹੀਦਾ ਉਨਾ ਹੈ। he has enough money। ਉਸ ਤੋਂ ਅੱਗੇ ਹੈ much। much ਦਾ ਮਤਲਬ plenty of, great deal of or large quantity of, ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੋਣਾ much। So it is preferred in negative and interrogative sentences। So ਜਿਵੇਂ for example he hasn't got much time ਕਿ ਉਸਦੇ ਕੋਲ ਜ਼ਿਆਦਾ ਟਾਈਮ ਨਹੀਂ ਹੈ। ਤੇ ਹਾਂ ਵਾਚਕ ਵਾਕਾਂ ਦੇ ਵਿੱਚ ਇਹ ਫਾਰਮਲ ਸਟੇਟਮੈਂਟ ਜਿਵੇਂ ਕਿਸੇ ਨੇ ਦੇਣੀ ਹੈ, ਜਿਵੇਂ much money is spent on health care। ਫਾਰਮਲ ਜਿਵੇਂ ਸਾਡੇ ਮੰਤਰੀ ਵਗੈਰਾ ਕੋਈ ਸਟੇਟਮੈਂਟ ਦਿੰਦੇ ਆ ਤਾਂ ਉਹ ਇਸ ਤਰ੍ਹਾਂ ਕਹਿੰਦੇ ਆ ਕਿ ਸਿਹਤ ਸੇਵਾਵਾਂ ਵਾਸਤੇ ਬਹੁਤ ਪੈਸਾ ਵਰਤਿਆ, ਖਰਚ ਕੀਤਾ ਜਾ ਰਿਹਾ। much money। ਇਹ ਮੱਚ ਦੀ ਯੂਜ਼ ਕਿੱਥੇ ਆਪਾਂ ਕੀਤੀ? ਨੈਗੇਟਿਵ ਤੇ ਇੰਟੈਰੋਗੇਟਿਵ ਪਲੱਸ ਜਿਹੜੀ ਕੋਈ ਫਾਰਮਲ ਸਟੇਟਮੈਂਟ ਦੇਣੀ ਹੈ ਉਹਦੇ ਵਿੱਚ। more is used to convey a greater quantity। more greater ਪਹਿਲਾਂ ਨਾਲੋਂ ਜ਼ਿਆਦਾ, ਕਿਸੇ ਹੋਰ ਚੀਜ਼ ਨਾਲੋਂ ਜ਼ਿਆਦਾ। we must spend more money in creating world class sport facilities। ਪਹਿਲਾਂ ਨਾਲੋਂ ਜ਼ਿਆਦਾ। more working hands will help to achieve him aim faster। ਕਿ ਹੋਰ ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਲਗਾਏ ਜਾਣ ਤਾਂ ਜਿਹੜਾ ਸਾਡਾ ਏਮ ਹੈ ਉਹ ਜਲਦੀ ਅਚੀਵ ਹੋ ਸਕਦਾ, ਉਹਨੂੰ ਅਸੀਂ ਜਲਦੀ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਮੋਰ ਜਿਵੇਂ ਤੁਸੀਂ ਜਿੰਨੀ ਮਿਹਨਤ ਪਹਿਲਾਂ ਕਰ ਰਹੇ ਹੋ ਉਸ ਤੋਂ ਜ਼ਿਆਦਾ ਤੁਹਾਨੂੰ ਹੁਣ ਕਰਨ ਦੀ ਲੋੜ ਹੈ। ਯੂ ਨੀਡ ਮੋਰ ਹਾਰਡ ਵਰਕ। ਤੇ ਇਸੇ ਤਰ੍ਹਾਂ ਲੈਸ ਇਜ਼ ਯੂਜ਼ਡ ਟੂ ਕਨਵੇ ਸਮਾਲਰ ਕੁਆਂਟੀਟੀ, ਥੋੜੀ ਮਾਤਰਾ। ਹੀ ਟੇਕਸ ਲੈਸ ਸ਼ੂਗਰ ਇਨ ਹਿਸ ਟੀ। ਆਈ ਵਿਲ ਟੇਕ ਲੈਸ ਦੈਨ 5 minutes ਟੂ ਗੈਟ ਰੈਡੀ। ਮੈਂ 5 ਮਿੰਟਾਂ ਨਾਲੋਂ ਵੀ ਘੱਟ ਸਮਾਂ ਲਵਾਂਗਾ ਤਿਆਰ ਹੋਣ ਵਾਸਤੇ। ਇੰਟੈਰੋਗੇਟਿਵ ਡਿਟਰਮੀਨਰਸ। in addition to the above forms of determiners, ਜਿੰਨੀਆਂ ਅਸੀਂ ਉੱਪਰ determiners ਦੀਆਂ kinds ਪੜ੍ਹੀਆਂ ਨੇ, ਉਸ ਤੋਂ ਇਲਾਵਾ ਵੀ we can look at interrogative determiners also to develop a better understanding of determiners। for example what, whose, which। what ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹਦਾ ਮਤਲਬ ਹੁੰਦਾ ਹੈ ਕੀ। what do you want to do in life, ਤੁਸੀਂ ਲਾਈਫ ਵਿੱਚ ਕੀ ਕਰਨਾ ਚਾਹੁੰਦੇ ਹੋ। what would you need for evening function, ਹੈ ਨਾ। what is the time now। whose ਕਿਸੇ ਵਸਤੂ ਦੀ, ਕਿਸੇ ਥਿੰਗ ਦੀ ਜਾਂ ਕਿਸੇ ਪਰਸਨ ਦੀ ਮਲਕੀਅਤ ਬਾਰੇ ਪੁੱਛਣ ਵਾਸਤੇ ਵਰਤਿਆ ਜਾਂਦਾ। ਜਿਵੇਂ whose book is this। ਠੀਕ ਹੈ, ਧਿਆਨ ਨਾਲ ਦੇਖਣਾ ਬੇਟੇ। whose ਅਸੀਂ who ਨੂੰ ਤਾਂ ਅਸੀਂ ਜਾਣਦੇ ਹਾਂ ਕਿ who ਦਾ ਮਤਲਬ ਹੁੰਦਾ ਕੌਣ, ਲੇਕਿਨ whose ਦਾ ਕੀ ਮਤਲਬ ਹੈ? ਕਿਸ ਦੀ,
ਕਿਸ ਦੀ ਬੁੱਕ ਹੈ ਇਹ। whose pencils are these, ਇਹ ਪੈਨਸਿਲਸ ਕਿਸ ਦੀਆਂ ਹਨ। whose place is he staying in, ਉਹ ਕਿਸ ਦੀ ਜਗ੍ਹਾ ਵਿੱਚ ਰਹਿ ਰਿਹਾ ਹੈ। ਕਿਸ ਦੀ place, ਕਿਸ ਦੀ ਜਗ੍ਹਾ, ਕਿਸ ਦੀ ਪੈਨਸਿਲਸ, ਕਿਸ ਦੀ ਬੁੱਕ। ਨੈਕਸਟ ਹੈ which, ਇਹ ਵੀ ਜਿਹੜਾ ਡਿਟਰਮੀਨਰ ਹੈ ਇੰਟਰੋਗੇਟਿਵ, ਇਹ ਯੂਜ਼ ਕੀਤਾ ਹੁੰਦਾ ਹੈ ਚੋਇਸ ਪੁੱਛਣ ਵਾਸਤੇ। ਜਦੋਂ ਅਸੀਂ ਪੁੱਛਣਾ ਹੁੰਦਾ ਕਿਹੜੀ, ਕਿਹੜੀ ਨੂੰ ਇੰਗਲਿਸ਼ ਚ ਕਵਾਂਗੇ which, ਚੋਇਸ ਪੁੱਛਣੀ ਹੋਵੇ ਜਦੋਂ। which road leads to ਮੋਗਾ, ਕਿ ਮੋਗਾ ਨੂੰ ਕਿਹੜੀ ਸੜਕ ਜਾਂਦੀ ਹੈ। which road, which of these is your favorite book, ਕਿ ਇਹਨਾਂ ਵਿੱਚੋਂ ਤੁਹਾਡੀ ਫੇਵਰੇਟ ਬੁੱਕ ਕਿਹੜੀ ਹੈ। which route is shorter, ਕਿ ਕਿਹੜਾ ਰਸਤਾ ਛੋਟਾ ਹੈ। ਸੋ which ਦਾ ਮਤਲਬ ਨਿਕਲਦਾ ਹੈ ਜਦੋਂ ਅਸੀਂ ਚੋਇਸ ਪੁੱਛਣੀ ਹੋਵੇ। you will enjoy, ਕਿਉਂਕਿ ਹੁਣ ਤੱਕ ਅਸੀਂ ਜਿੰਨਾ ਵੀ ਪੜ੍ਹਿਆ, ਜੇ ਕਿਸੇ ਨੇ ਮੇਰੇ ਪਹਿਲਾਂ ਨਹੀਂ ਲੈਕਚਰ ਸੁਣੇ ਤਾਂ ਉਹ ਕਰਕੇ ਉਹਨੂੰ ਦੁਬਾਰਾ ਸੁਣ ਲਵੋ, ਤਾਂ ਕਿ ਤੁਹਾਡੀ ਜਿਹੜੀ ਰਿਵੀਜ਼ਨ ਹੋ ਜਾਵੇ। ਔਰ ਉਸ ਰਿਵੀਜ਼ਨ ਕਰਨ ਤੋਂ ਬਾਅਦ ਵਿੱਚ ਤੁਸੀਂ ਫਿਰ ਇਹ ਜਿਹੜੀਆਂ ਸੋਲਵਡ ਤੇ ਅਨਸੋਲਵਡ ਸਾਰੀਆਂ ਐਕਸਰਸਾਈਜ਼ ਨੇ ਉਹ ਤੁਸੀਂ ਭਾਵੇਂ ਕਾਪੀਆਂ ਤੇ ਕਰ ਲਿਓ ਜਾਂ ਫਿਰ ਇਸ ਆਪਣੀ ਗ੍ਰਾਮਰ ਬੁੱਕ ਦੇ ਉੱਤੇ ਪੈਨਸਿਲਸ ਦੇ ਨਾਲ ਸੋਲਵ ਕਰ ਸਕਦੇ ਹੋ। ਪੈਨ ਨਹੀਂ ਯੂਜ਼ ਕਰਨਾ ਕਿਸੇ ਨੇ, ਪੈਨਸਿਲ ਦੇ ਨਾਲ ਇਹਨਾਂ ਦੇ ਵਿੱਚ ਤੁਸੀਂ ਫਿਲਅਪਸ ਕਰ ਸਕਦੇ ਹੋ। ਇੱਥੇ ਜਿਹੜੀਆਂ ਸੋਲਵਡ ਨੇ ਉਹਨਾਂ ਦੇ ਹਿੰਟ ਨੀਚੇ ਦਿੱਤੇ ਹੈ। ਓਨੈਸਟੀ ਯੂਜ਼ ਕਰਨੀ ਪਲੀਜ਼, ਕਿ ਪਹਿਲਾਂ ਤੁਸੀਂ ਕੋਸ਼ਿਸ਼ ਕਰਨੀ ਹੈ, ਉਸ ਦੇ ਨਾਲ ਹੀ ਅਨਸੋਲਵਡ ਵੀ ਨੇ। ਔਰ ਇਹ ਹੁਣ ਇਸ ਤੋਂ ਬਾਅਦ ਵਿੱਚ ਜਿੰਨਾ ਵੀ ਇਹ ਚੈਪਟਰ ਹੈ ਉਹਦੇ ਵਿੱਚ ਸਾਰੀ ਐਕਸਰਸਾਈਜ਼ ਪ੍ਰੈਕਟਿਸ ਹੈ। ਸੋ ਇਹ ਸਾਰੀ ਤੁਸੀਂ ਪ੍ਰੈਕਟਿਸ ਕਰਨੀ ਹੈ ਬੇਟੇ। ਬੁੱਕਸ ਤੁਹਾਡੇ ਵਾਸਤੇ ਬਣੀਆਂ ਨੇ ਤਾਂ ਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਇੰਨੀ ਕੁ ਮੁਹਾਰਤ ਹਾਸਲ ਹੋ ਜਾਵੇ, ਦਿੱਕਤ ਪੇਸ਼ ਨਾ ਆਵੇ। ਠੀਕ ਹੈ। ਹਾਇਰ ਸਟੱਡੀਜ਼ ਵਾਸਤੇ ਤੁਸੀਂ ਅੱਗੇ ਜਦੋਂ ਹੋਰ ਪੜ੍ਹਾਈ ਕਰਨੀ ਹੈ ਜਾਂ ਤੁਸੀਂ ਫੋਰਨ ਜਾਣਾ ਤਾਂ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਬੈਨੀਫਿਟ ਹੋਣ ਵਾਲਾ ਹੈ। ਸੋ ਇਹ ਜਿਹੜੀ ਪ੍ਰੈਕਟਿਸ ਹੈ ਤੁਸੀਂ ਜ਼ਰੂਰ ਕਰਨੀ ਹੈ। ਥੈਂਕ ਯੂ।